ਹੈਲੋ एवरीवन ਵੈਲਕਮ ਟੂ ਕਰੀਅਰ ਕੁਐਸਟ। ਹੋਪਫੁਲੀ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਬਹੁਤ ਅੱਛੇ ਤਰੀਕੇ ਦੇ ਨਾਲ ਆਪਣੇ ਐਗਜ਼ਾਮ ਦੀ ਪ੍ਰੈਪਰੇਸ਼ਨ ਕਰ ਰਹੇ ਹੋਵੋਗੇ। ਸੋ ਜਿਵੇਂ ਤੁਹਾਨੂੰ ਪਤਾ ਹੈ ਕਿ ਆਪਾਂ ਲਾਸਟ ਵੀਡੀਓ ਤੋਂ ਪੋਲਿਟੀ ਦੇ ਐਮਸੀਕਿਊਜ਼ ਨੂੰ ਡਿਸਕਸ ਕਰਨਾ ਸਟਾਰਟ ਕੀਤਾ ਹੈ ਐਂਡ ਇਹ ਜੋ ਪੋਲਿਟੀ ਦੀ ਸੀਰੀਜ਼ ਰਹੇਗੀ ਇਹਦੇ ਵਿੱਚ ਤੁਹਾਨੂੰ ਕੰਪਲੀਟ ਪੋਲਿਟੀ ਰਿਵਾਈਜ਼ ਕਰਵਾਈ ਜਾਏਗੀ। ਤੁਹਾਡੀ ਪੂਰੀ ਫੁੱਲ ਜੋ ਪੋਲਿਟੀ ਰਿਵਾਈਜ਼ ਕਰਵਾਈ ਜਾਏਗੀ ਥਰੂ ਐਮਸੀਕਿਊਜ਼। ਸੋ ਆਪਾਂ ਐਮਸੀਕਿਊਜ਼ ਨੂੰ ਇਸ ਤਰੀਕੇ ਦੇ ਨਾਲ ਡਿਸਕਸ ਕਰ ਰਹੇ ਹਾਂ ਕਿ ਅਗਰ ਤੁਸੀਂ ਇੱਕ ਐਮਸੀਕਿਊ ਕਰ ਰਹੇ ਹੋ ਤਾਂ ਉਹਦੇ ਨਾਲ ਤੁਹਾਡੇ 10 ਤੋਂ 15 ਐਮਸੀਕਿਊ ਕਵਰ ਹੋ ਰਹੇ ਨੇ। ਉਹ ਕਿਵੇਂ? ਉਹ ਇਸ ਤਰੀਕੇ ਨਾਲ ਕਿ ਅਗਰ ਇੱਕ ਐਮਸੀਕਿਊ ਦੇ ਰਿਗਾਰਡਿੰਗ ਜਿੰਨੇ ਵੀ ਇੰਪੋਰਟੈਂਟ ਫੈਕਟਸ ਨੇ ਉਹ ਮੇਰੇ ਵੱਲੋਂ ਰਾਈਟ ਡਾਊਨ ਕਰਵਾਏ ਜਾਂਦੇ ਨੇ ਤੇ ਤੁਸੀਂ ਆਪਣਾ ਕਾਪੀ ਪੈਨ ਲੈ ਕੇ ਇਹਨਾਂ ਐਮਸੀਕਿਊ ਸੀਰੀਜ਼ ਨੂੰ ਦੇਖਣਾ ਹੈ, ਧਿਆਨ ਨਾਲ ਅਬਜ਼ਰਵ ਕਰਨਾ ਹੈ ਤੇ ਜਿੰਨੇ ਵੀ ਐਡੀਸ਼ਨਲ ਪੁਆਇੰਟਸ ਨੇ ਉਹ ਆਪਣੇ ਨੋਟ ਡਾਊਨ ਕਰਦੇ ਜਾਣੇ ਨੇ। ਤੇ ਅਗਰ ਤੁਸੀਂ ਆਈਡੀਆ ਲਗਾ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਟੀਚਿੰਗ ਤੁਹਾਨੂੰ ਮਿਲ ਰਹੀ ਹੈ ਤਾਂ ਤੁਸੀਂ ਆਫਲਾਈਨ ਕਲਾਸਿਸ ਵੀ ਜੁਆਇਨ ਕਰ ਸਕਦੇ ਹੋ ਕਰੀਅਰ ਕੁਐਸਟ ਜਾਂ ਪਟਿਆਲਾ ਦੇ ਵਿੱਚ ਆ ਕੇ। ਤੇ ਇਸ ਤੋਂ ਇਲਾਵਾ ਤੁਸੀਂ ਥਿਓਰੀ ਦੀਆਂ ਲੈਕਚਰਸ ਤੁਸੀਂ ਮਾਡਰਨ ਹਿਸਟਰੀ ਨੂੰ ਪਲੇਲਿਸਟ ਦੇ ਵਿੱਚ ਜਾ ਕੇ ਪੂਰੀ ਮਾਡਰਨ ਹਿਸਟਰੀ ਕਵਰ ਕਰ ਸਕਦੇ ਹੋ, ਪੰਜਾਬ ਜੀਕੇ ਕਵਰ ਕਰ ਸਕਦੇ ਹੋ ਤੇ ਵਿਦ ਐਮਸੀਕਿਊ ਕਿ ਐਗਜ਼ਾਮੀਨਰ ਥਿਓਰੀ ਦੇ ਵਿੱਚ ਐਮਸੀਕਿਊ ਜਾਂ ਕੁਐਸਚਨ ਤੁਹਾਨੂੰ ਕਿਵੇਂ ਦੇ ਪੁੱਟ ਕਰਦਾ ਉਹ ਵੀ ਤੁਹਾਨੂੰ ਡਿਟੇਲ ਦੇ ਵਿੱਚ ਦੱਸਿਆ ਜਾਂਦਾ। ਸੋ ਲੈਟਸ ਸਟਾਰਟ। ਅੱਜ ਆਪਾਂ ਅੱਜ ਦੀ ਕਲਾਸ ਨੂੰ ਸਟਾਰਟ ਕਰਦੇ ਤੇ ਫਰਸਟ ਕੁਐਸਚਨ ਤੋਂ ਸਟਾਰਟ ਕਰਾਂਗੇ। ਕੁਐਸਚਨ ਕੀ ਹੈ? ਕਹਿੰਦੇ ਇਨ ਵਿਚ ਈਅਰ ਵਾਸ ਰੇਲਵੇ ਬਜਟ ਸੈਪਰੇਟਡ ਫਰਮ ਜਨਰਲ ਬਜਟ। ਸਭ ਨੂੰ ਪਤਾ ਹੈ ਕਿ ਪਹਿਲਾਂ ਕੀ ਹੁੰਦਾ ਸੀ ਕਿ ਜੋ ਸਭ ਤੋਂ ਪਹਿਲਾਂ ਜਦੋਂ ਪਹਿਲੀ ਗੱਲ ਕਰੀ ਜਾਏ ਤਾਂ ਜਨਰਲ ਬਜਟ ਆਉਂਦਾ ਸੀ। ਇੱਕ ਹੀ ਬਜਟ ਕੀ ਕੀਤਾ ਜਾਂਦਾ ਸੀ, ਪੇਸ਼ ਕੀਤਾ ਜਾਂਦਾ ਸੀ ਸਾਡੀ ਪਾਰਲੀਮੈਂਟ ਦੇ ਵਿੱਚ, ਠੀਕ ਹੈ। ਸੋ ਇੱਕ ਬਜਟ ਪੇਸ਼ ਕੀਤਾ ਜਾਂਦਾ ਸੀ। ਆਫਟਰ ਦੈਟ ਕੀ ਹੋਇਆ ਕਿ ਇੱਕ ਸਾਲ ਐਸਾ ਆਇਆ ਕਿ ਡਿਕਲੇਅਰ ਕੀਤਾ ਗਿਆ ਕਿ ਜਨਰਲ ਬਜਟ ਨਾਲੋਂ ਰੇਲਵੇ ਬਜਟ ਨੂੰ ਕੀ ਕਰ ਦਿੱਤਾ ਜਾਏਗਾ, ਅਲੱਗ ਕਰ ਦਿੱਤਾ ਜਾਏਗਾ, ਸੈਪਰੇਟ ਕਰ ਦਿੱਤਾ ਜਾਏਗਾ। ਸੋ ਇਹ ਇੱਕ ਕਮੇਟੀ ਆਂਦੀ ਹੈ, ਕੁਅਰਥ ਕਮੇਟੀ ਆਂਦੀ ਹੈ। ਕਦੋਂ ਆਂਦੀ ਹੈ ਕੁਅਰਥ ਕਮੇਟੀ? ਕੁਅਰਥ ਕਮੇਟੀ ਆਈ ਜੀ 1921 ਦੇ ਵਿੱਚ। ਕਦੋਂ ਆਂਦੀ ਹੈ? ਇੱਕ ਕੁਅਰਥ ਕਮੇਟੀ ਆਉਂਦੀ ਹੈ, ਇੱਕ ਕੁਅਰਥ ਕਮੇਟੀ ਆਂਦੀ ਹੈ ਤੇ ਉਹ ਕਮੇਟੀ ਕਦੋਂ ਆਈ ਸੀ? ਉਹ ਆਈ ਸੀ 1921 ਦੇ ਵਿੱਚ। ਸੋ ਆਨਸਰ ਤੁਸੀਂ 1921 ਨਹੀਂ ਲਗਾਉਣਾ। ਜਨਰਲ ਬਜਟ ਨਾਲੋਂ ਰੇਲਵੇ ਬਜਟ ਨੂੰ ਸੈਪਰੇਟ ਕੀਤਾ ਗਿਆ ਸੀ। ਆਪਸ਼ਨ ਡੀ ਇਜ਼ ਅ ਰਾਈਟ ਆਨਸਰ 1924 ਦੇ ਵਿੱਚ। ਅਗਰ ਪੁੱਛਿਆ ਜਾਵੇ ਕਿ ਜਨਰਲ ਬਜਟ ਨਾਲੋਂ ਰੇਲਵੇ ਬਜਟ ਨੂੰ ਸੈਪਰੇਟ ਅਲੱਗ ਕਦੋਂ ਕੀਤਾ ਗਿਆ ਸੀ ਤਾਂ ਇੱਕ ਕਮੇਟੀ ਆਈ ਸੀ, ਇੱਕ ਕੁਅਰਥ ਕਮੇਟੀ, ਤੇ ਉਸ ਕਮੇਟੀ ਰਿਪੋਰਟ ਆਈ ਸੀ 1921 ਦੇ ਵਿੱਚ ਤੇ ਉਸ ਰਿਪੋਰਟ ਦੇ ਬੇਸ ਦੇ ਉੱਤੇ ਇਸ ਬਜਟ ਨੂੰ ਅਲੱਗ ਕੀਤਾ ਗਿਆ 1924 ਦੇ ਵਿੱਚ। ਸੋ ਆਫਟਰ ਦੈਟ ਦੇਖੋ ਦੋ ਬਜਟ ਪੇਸ਼ ਕੀਤੇ ਜਾਂਦੇ ਸੀ 1924 ਤੋਂ। ਕਿਹੜਾ ਕਿਹੜਾ ਬਜਟ ਸੀ? ਇੱਕ ਸੀ ਜਨਰਲ ਬਜਟ ਤੇ ਜਨਰਲ ਬਜਟ ਦੇ ਨਾਲ ਇੱਕ ਰੇਲਵੇ ਬਜਟ ਕੀ ਕੀਤਾ ਜਾਂਦਾ ਸੀ, ਪੇਸ਼ ਕੀਤਾ ਜਾਂਦਾ ਸੀ। ਬਟ ਹੁਣ ਮੋਦੀ ਦੀ ਸਰਕਾਰ ਦੇ ਵਿੱਚ ਆ ਕੇ 2017-18 ਦੇ ਵਿੱਚ ਦੁਬਾਰਾ ਤੋਂ ਕੀ ਕਰ ਦਿੱਤਾ ਗਿਆ, ਇੱਕ ਹੀ ਬਜਟ ਕਰ ਦਿੱਤਾ ਗਿਆ। ਦੋਨੋਂ ਬਜਟਸ ਨੂੰ ਕੀ ਕਰ ਦਿੱਤਾ ਗਿਆ, ਕੰਬਾਈਨ ਕਰ ਦਿੱਤਾ ਗਿਆ। ਦੇਖੋ ਸਭ ਨੂੰ ਪਤਾ ਹੈ ਕਿ ਸਾਡੇ ਪਾਰਲੀਮੈਂਟ ਦੇ ਕਿੰਨੇ ਸੈਸ਼ਨ ਹੁੰਦੇ ਨੇ? ਪਾਰਲੀਮੈਂਟ ਦੇ ਹੁੰਦੇ ਨੇ ਜੀ 3 ਸੈਸ਼ਨ। ਕਿਹੜੇ ਕਿਹੜੇ ਸੈਸ਼ਨ ਹੁੰਦੇ ਨੇ? ਇੱਕ ਸੈਸ਼ਨ ਹੁੰਦਾ ਜੀ ਸਾਡਾ ਬਜਟ ਸੈਸ਼ਨ, ਸੈਕਿੰਡ ਹੁੰਦਾ ਜੀ ਸਾਡਾ ਮੌਨਸੂਨ ਸੈਸ਼ਨ ਜਾਂ ਸਮਰ ਸੈਸ਼ਨ, ਤੇ ਥਰਡ ਹੁੰਦਾ ਸਾਡਾ ਵਿੰਟਰ ਸੈਸ਼ਨ। ਸੋ ਬਜਟ ਸੈਸ਼ਨ ਸਭ ਨੂੰ ਪਤਾ ਹੈ ਕਿ ਪਹਿਲਾਂ ਜਿਹੜਾ ਸਾਡਾ ਬਜਟ ਸੀ ਉਹ ਪੇਸ਼ ਕੀਤਾ ਜਾਂਦਾ ਸੀ ਐਂਡ ਆਫ ਦਾ ਫੈਬਰਰੀ, ਠੀਕ ਹੈ, ਫੈਬਰਰੀ ਦੇ ਐਂਡ ਵਿੱਚ ਪੇਸ਼ ਕੀਤਾ ਜਾਂਦਾ ਸੀ। ਸਭ ਨੂੰ ਪਤਾ ਹੈ ਕਿ ਜੋ ਸਾਡਾ ਫਾਈਨੈਂਸ਼ੀਅਲ ਈਅਰ ਹੈ, ਫਾਈਨੈਂਸ਼ੀਅਲ ਈਅਰ ਕਦੋਂ ਕੰਪਲੀਟ ਹੁੰਦਾ ਹੈ ਜੀ? ਫਾਈਨੈਂਸ਼ੀਅਲ ਈਅਰ ਹੁੰਦਾ ਜੀ ਸਾਡਾ 1 ਅਪ੍ਰੈਲ ਤੋਂ ਲੈ ਕੇ ਕਦੋਂ ਤੱਕ? 31 ਮਾਰਚ ਤੱਕ, ਠੀਕ ਹੈ ਜੀ। ਕਦੋਂ ਤੱਕ? 1 ਅਪ੍ਰੈਲ ਤੋਂ ਲੈ ਕੇ 31 ਮਾਰਚ ਤੱਕ ਸਾਡਾ ਚੱਲਦਾ ਹੈ ਫਾਈਨੈਂਸ਼ੀਅਲ ਈਅਰ। ਤੇ ਉਸ ਫਾਈਨੈਂਸ਼ੀਅਲ ਈਅਰ ਤੋਂ ਦੇਖੋ ਹੁਣ ਸਾਨੂੰ ਪਤਾ ਹੈ ਕਿ 31 ਮਾਰਚ ਨੂੰ ਸਾਡਾ ਫਾਈਨੈਂਸ਼ੀਅਲ ਈਅਰ ਕੀ ਹੋ ਜਾਣਾ, ਕੰਪਲੀਟ ਹੋ ਜਾਣਾ। ਤੇ ਐਂਡ ਆਫ ਦਾ ਫੈਬ ਹੁੰਦਾ ਸੀ ਸਾਡਾ ਬਜਟ ਪੇਸ਼ ਕੀਤਾ ਜਾਂਦਾ ਸੀ। ਬਜਟ ਨੂੰ ਪੇਸ਼ ਕਰਨ ਤੋਂ ਬਾਅਦ ਐਂਡ ਆਫ ਦਾ ਫੈਬ ਬਜਟ ਨੂੰ ਪੇਸ਼ ਕਰਨ ਤੋਂ ਬਾਅਦ ਪੂਰਾ ਮਾਰਚ ਕਿਤੇ ਨਾ ਕਿਤੇ ਲੰਘ ਜਾਂਦਾ ਸੀ ਸਾਡਾ ਡਿਸਕਸ਼ਨ ਦੇ ਉੱਤੇ, ਵੋਟ ਦੇ ਉੱਤੇ। ਪੂਰੀ ਡਿਸਕਸ਼ਨ ਹੁੰਦੀ ਸੀ, ਵੋਟ ਹੁੰਦੀ ਸੀ ਤੇ ਜੋ ਇਹ ਬਜਟ ਸੀ ਇਹ ਪਾਸ ਕੀਤਾ ਜਾਂਦਾ ਸੀ। ਦੇਖੋ ਮਾਰਚ ਦਾ ਮਹੀਨਾ ਲੱਗ ਜਾਂਦਾ ਸੀ, ਠੀਕ ਹੈ, ਤੇ ਫਿਰ ਸਾਡਾ ਅਪ੍ਰੈਲ ਦੇ ਵਿੱਚ ਅਪ੍ਰੈਲ ਦੇ ਐਂਡ ਆਫ ਦਾ ਅਪ੍ਰੈਲ ਕੀ ਕੀਤਾ ਜਾਂਦਾ ਸੀ, ਪਾਸ ਕੀਤਾ ਜਾਂਦਾ ਸੀ। ਹੁਣ ਸਭ ਨੂੰ ਪਤਾ ਹੈ ਕਿ ਸਾਡੇ ਕੋਲ ਕੀ 31 ਮਾਰਚ ਤੱਕ ਪੈਸਾ ਹੈ ਤਾਂ ਅਪ੍ਰੈਲ ਦੇ ਮਹੀਨੇ ਦੇ ਲਈ ਜਿਹੜਾ ਪੈਸਾ ਯੂਜ਼ ਕਰਨਾ ਸੀ ਉਹ ਸਾਡੇ ਕੋਲ ਨਹੀਂ ਸੀ ਹੁੰਦਾ। ਕਿਉਂ?
क्योंकि मार्च अप्रैल पूरे का पूरा बजट की डिस्कशन के उत्ते लंघ जाता सी। अप्रैल मई तक की हुंदा सी बजट पास किया जाता सी। तो साडे कोल अप्रैल महीने दे विच पैसा यूज करन दे लई नहीं सी हुंदा, जिहदे लई की यूज किया जाता सी वोट ऑन अकाउंट। ठीक है जी। वोट ऑन अकाउंट की हुंदा सी? वोट अकाउंट ऑन अकाउंट एग्जाम दे विच पूछा जा सकता है कि साडे बजट का 1/6 पार्ट पहला ही कट के रख लिया जाता सी वोट ऑन अकाउंट के बेस के उत्ते, तां जो अप्रैल दे विच पैसा यूज करन नूं साडे कोल होवे। बट हुण की हो गया, हुण साडा बजट स्टार्टिंग ऑफ फैब की कर दिता जाता है, पेश कर दिता जाता है। स्टार्टिंग ऑफ फैब पेश कर दिता जाता है। फैब ते मार्च पूरी डिस्कशन दे विच लंघ जाता है ते बजट सारा पास हो जाता है अप्रैल तक। तो हुण सानू वोट ऑन अकाउंट की की नहीं पैंदी, लोड़ नहीं पैंदी। किसी लोड़ नहीं पैंदी वोट ऑन अकाउंट की, हुण सानू लोड़ नहीं पैंदी। सो बजट के रिगार्डिंग कुछ इंपॉर्टेंट फैक्ट्स ने जो एग्जाम दे विच पूछे जा सकते हैं। सो साडा नेक्स्ट क्वेश्चन है जी, पूछा गया विच अमेंडमेंट empowered the state to make special provisions for advancement of socially and economically backward classes। कहंदे ਉਹ ਕਿਹੜੀ ਸਾਡੀ ਸੰਵਿਧਾਨ ਦੇ ਵਿੱਚ ਸੋਧ ਕੀਤੀ ਗਈ ਸੀ, ਕਨਸਟੀਟਿਊਸ਼ਨਲ ਅਮੈਂਡਮੈਂਟ ਕੀਤੀ ਗਈ ਸੀ, ਜਿਸ ਦੇ ਥਰੂ ਇਹ ਦੱਸਿਆ ਗਿਆ ਸੀ ਕਿ ਸਟੇਟ ਨੂੰ ਪਾਵਰ ਦਿੱਤੀ ਜਾਂਦੀ ਹੈ ਤਾਂ ਜੋ ਆਪਣੀ ਸਟੇਟ ਨੂੰ ਉਹ ਸੋਸ਼ਲੀ ਤੇ ਇਕਨੋਮਿਕਲੀ ਕੀ ਕਰ ਸਕੇ, एडवांस कर सके, बैकवर्ड क्लासिस नूं की कर सके, एडवांस कर सके। सो ये जिहड़ी स्टेट नूं पावर दित्ती गई सी, ये बाय विच अमेंडमेंट किस संविधानिक सोध दे नाल दित्ती गई सी? फर्स्टली तुसीं एग्जाम 30 सैकेंड दे विच आंसर करन दी कोशिश करनी है ते इस क्वेश्चन दा आंसर है जी ऑप्शन ए, फर्स्ट अमेंडमेंट जो कदों हुई सी 1951 दे विच। ठीक है जी। किहड़ी अमेंडमेंट दे नाल? पहली संविधानिक सोध जो हुई सी 1951 ਦੇ ਵਿੱਚ। ਸਭ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜੋ ਸਾਡੀ ਕਨਸਟੀਟਿਊਸ਼ਨਲ ਅਮੈਂਡਮੈਂਟ ਹੈ, ਠੀਕ ਹੈ ਜੀ, ਕਨਸਟੀਟਿਊਸ਼ਨਲ ਅਮੈਂਡਮੈਂਟ ਕੀ ਹੁੰਦੀ ਹੈ? ਸਾਡੀ ਸੰਵਿਧਾਨਿਕ ਸੋਧ। ਇਹ ਕਿਸ ਆਰਟੀਕਲ ਦੇ ਅੰਡਰ ਹੁੰਦੀ ਹੈ? ਆਰਟੀਕਲ 368 ਦੇ ਅੰਡਰ ਸਾਡੀ ਕਨਸਟੀਟਿਊਸ਼ਨਲ ਅਮੈਂਡਮੈਂਟ ਹੁੰਦੀ ਹੈ। ਕਿਸ ਪਾਰਟ ਦੇ ਅੰਡਰ ਹੁੰਦੀ ਹੈ ਜੀ? ਇਹ ਪਾਰਟ ਹੈ ਜੀ ਸਾਡਾ 20th। ਠੀਕ ਹੈ। ਸਭ ਕਨਸਟੀਟਿਊਸ਼ਨਲ ਅਮੈਂਡਮੈਂਟ ਦੇ ਵਿੱਚ ਜਿਹੜਾ ਬਿੱਲ ਹੈ ਉਹ ਜਿਹੜਾ ਪਾਸ ਕੀਤਾ ਜਾਂਦਾ ਕਿਹੜੀ ਮੈਜੋਰਿਟੀ ਦੇ ਨਾਲ ਪਾਸ ਹੁੰਦਾ ਹੈ? ਉਹ ਹੁੰਦਾ ਜੀ ਸਾਡਾ ਸਪੈਸ਼ਲ ਮੈਜੋਰਿਟੀ। ਸਪੈਸ਼ਲ ਮੈਜੋਰਿਟੀ ਤੇ ਸੈਕਿੰਡ ਹੁੰਦੀ ਹੈ ਜੀ ਸਾਡੀ ਐਬਸੋਲੂਟ ਮੈਜੋਰਿਟੀ। ਠੀਕ ਹੈ। ਸਪੈਸ਼ਲ ਮੈਜੋਰਿਟੀ ਕੀ ਹੁੰਦੀ ਹੈ? ਸਪੈਸ਼ਲ ਮੈਜੋਰਿਟੀ ਹੁੰਦੀ ਹੈ ਜੀ ਸਿੰਪਲ ਮੈਜੋਰਿਟੀ। ਸਿੰਪਲ ਮੈਜੋਰਿਟੀ, ਸਿੰਪਲ ਮੈਜੋਰਿਟੀ ਕੀ ਹੁੰਦੀ ਹੈ ਜੀ? ਹਾਊਸ ਦੇ 50% plus 1। simple majority plus majority of 2/3 member present member of the house and their vote। ठीक है जी। majority of 2/3 member of the house present and vote, ये होगी जी साडी special majority। so constitutional amendment special majority and absolute majority ਦੇ ਨਾਲ ਹੀ ਬਿੱਲ ਪਾਸ ਹੁੰਦੇ ਨੇ। absolute majority ਕੀ ਹੁੰਦੀ ਹੈ कि इस फैडरल स्ट्रक्चर के रिगार्डिंग कोई चेंजिस होंदियां ने, जिहदे नाल सानू सिंपल मैजोरिटी प्लस स्पैशल मैजोरिटी ते प्लस मैजोरिटी ऑफ हाफ ऑफ द स्टेट। सो की हुंदा है कि जिहड़ी साडी कॉन्स्टिट्यूशनल अमेंडमेंट है किसी तरीके की संविधानिक सोध हुंदी है, वो आर्टिकल 368 पार्ट 20 दे विच हुंदी है ते कोई भी संविधानिक सोध कीती जाती है वो किस मैजोरिटी दे नाल कीती जाती है? स्पैशल मैजोरिटी या फिर एब्सोल्यूट मैजोरिटी। सो तुहानूं पता होना चाहिए है जो साडी सिंपल मैजोरिटी है वो कॉन्स्टिट्यूशनल अमेंडमेंट दे नाल लिंक नहीं रखती। किहड़ी मैजोरिटी? सिंपल मैजोरिटी। सिंपल मैजोरिटी का मतलब की हुंदा है कि 50% plus 1। ते हुण सिंपल मैजोरिटी किन्हां किन्हां केसिस दे विच यूज हुंदी, एग्जाम दे विच पूछा जा सकता है। आर्टिकल 2 आर्टिकल 3 दे विच चेंजिस जो चेंजिस हुंदियां ने वो किस दे नाल हुंदियां ने? वो सिंपल मैजोरिटी दे नाल ही मते पास कीते जांदे ने। हुण पूछा जा सकदा है आर्टिकल 2 ते आर्टिकल 3 की है, तुसीं कमेंट बॉक्स दे विच दस सकदे हो। सो अपना नेक्स्ट क्वेश्चन है जी, क्वेश्चन है कहंदे विच अमेंडमेंट गिव कॉन्स्टिट्यूशनल स्टेटस टू नेशनल कमीशन फॉर बैकवर्ड क्लासेस। एग्जाम दे विच क्वेश्चन पूछा जा सकता है जो नैशनल कमीशन फॉर बैकवर्ड क्लासेस
ਬੈਕਵਰਡ ਕਲਾਸਿਸ ਦੇ ਲਈ ਜਿਹੜਾ ਨੈਸ਼ਨਲ ਕਮਿਸ਼ਨ ਬਣਿਆ ਸੀ ਉਸਨੂੰ ਕਨਸਟੀਟਿਊਸ਼ਨਲ ਸਟੇਟਸ ਕਦੋਂ ਮਿਲਿਆ? ਤੁਹਾਨੂੰ ਇਹ ਵੀ ਪੁੱਛਿਆ ਜਾ ਸਕਦਾ ਪੰਚਾਇਤ ਨੂੰ ਕਨਸਟੀਟਿਊਸ਼ਨਲ ਸਟੇਟਸ ਕਦੋਂ ਮਿਲਿਆ, ਮਿਊਨਿਸਪੈਲਿਟੀਜ਼ ਨੂੰ ਕਨਸਟੀਟਿਊਸ਼ਨਲ ਸਟੇਟਸ ਕਦੋਂ ਮਿਲਿਆ, ਮਤਲਬ ਉਹ ਚੀਜ਼ਾਂ ਸਾਡੇ ਸੰਵਿਧਾਨ ਦੇ ਵਿੱਚ ਕਦੋਂ ਐਡ ਕੀਤੀਆਂ ਗਈਆਂ। ਸੋ ਇਸੇ ਤਰੀਕੇ ਦੇ ਨਾਲ ਨੈਸ਼ਨਲ ਕਮਿਸ਼ਨ ਫॉर ਬੈਕਵਰਡ ਕਲਾਸਿਸ ਬਾਰੇ ਪੁੱਛਿਆ ਗਿਆ ਹੈ ਕਿ ਨੈਸ਼ਨਲ ਕਮਿਸ਼ਨ ਜੋ ਬੈਕਵਰਡ ਕਲਾਸਿਸ ਦੇ ਲਈ ਹੈ ਉਸਨੂੰ ਕਨਸਟੀਟਿਊਸ਼ਨਲ ਸਟੇਟਸ ਕਦੋਂ ਮਿਲਿਆ? ਤਾਂ ਆਨਸਰ ਹੋਏਗਾ ਬਾਈ ਵਿਚ ਅਮੈਂਡਮੈਂਟ? ਆਪਸ਼ਨ ਸੀ ਇਜ਼ ਅ ਰਾਈਟ ਆਨਸਰ। 102nd ਅਮੈਂਡਮੈਂਟ ਜੋ 2018-19 ਦੇ ਵਿੱਚ ਹੋਈ ਹੈ 102nd, ਠੀਕ ਹੈ ਜੀ। 102ਵੀਂ ਅਮੈਂਡਮੈਂਟ ਸੰਵਿਧਾਨਿਕ ਸੋਧ ਦੇ ਨਾਲ ਬੈਕਵਰਡ ਕਲਾਸਿਸ ਨੂੰ ਕੀ ਮਿਲਿਆ? ਨੈਸ਼ਨਲ ਕਮਿਸ਼ਨ ਹੈ ਜੋ ਬੈਕਵਰਡ ਕਲਾਸਿਸ ਦੇ ਲਈ ਉਸਨੂੰ ਕਨਸਟੀਟਿਊਸ਼ਨਲ ਸਟੇਟਸ ਮਿਲਿਆ। ਇਸ ਤੋਂ ਇਲਾਵਾ ਪੰਚਾਇਤ ਨੂੰ ਇਹ ਵੀ ਪੁੱਛਿਆ ਜਾ ਸਕਦਾ ਹੈ ਕਿ ਪੰਚਾਇਤ ਨੂੰ ਕਿਸ ਅਮੈਂਡਮੈਂਟ ਦੇ ਨਾਲ ਕਨਸਟੀਟਿਊਸ਼ਨਲ ਸਟੇਟਸ ਮਿਲਿਆ? ਸਭ ਨੂੰ ਪਤਾ ਹੈ ਕਿ ਪੰਚਾਇਤ ਦੀ ਗੱਲ ਆਰਟੀਕਲ 40 ਦੇ ਵਿੱਚ, ਡੀਪੀਐਸਪੀ ਪਤਾ ਨਹੀਂ ਨਾ ਸਭ ਨੂੰ, ਡੀਪੀਐਸਪੀ ਦੇ ਵਿੱਚ ਜੋ ਗਾਂਧੀਅਨ ਪ੍ਰਿੰਸੀਪਲ ਹੈ ਆਰਟੀਕਲ 40 ਦੇ ਵਿੱਚ ਪੰਚਾਇਤ ਬਾਰੇ ਗੱਲ ਕੀਤੀ ਗਈ ਹੈ। ਇਸ ਤੋਂ ਇਲਾਵਾ ਅਗਰ ਪੰਚਾਇਤ ਦੀ ਗੱਲ ਕਰੀਏ ਤਾਂ ਪੰਚਾਇਤ ਨੂੰ ਕਨਸਟੀਟਿਊਸ਼ਨਲ ਸਟੇਟਸ ਕਦੋਂ ਮਿਲਿਆ? ਪੰਚਾਇਤ ਨੂੰ ਕਨਸਟੀਟਿਊਸ਼ਨਲ ਮਿਲਿਆ 73ਵੀਂ ਅਮੈਂਡਮੈਂਟ ਜੋ ਹੋਈ 1992 ਦੇ ਵਿੱਚ, ਉਸ ਦੇ ਨਾਲ ਪੰਚਾਇਤ ਨੂੰ ਕਨਸਟੀਟਿਊਸ਼ਨਲ ਸੰਵਿਧਾਨ ਮਿਲਿਆ ਜਾਂ ਫਿਰ ਕਨਸਟੀਟਿਊਸ਼ਨਲ ਸਟੇਟਸ ਮਿਲਿਆ ਕਿਸ ਅਮੈਂਡਮੈਂਟ ਦੇ ਨਾਲ? 73rd ਅਮੈਂਡਮੈਂਟ ਦੇ ਨਾਲ। ਸੋ ਅਗਰ ਪੁੱਛਿਆ ਜਾਵੇ ਕਿ ਮਿਊਨਿਸਪੈਲਿਟੀਜ਼ ਨੂੰ, ਸੋ ਜੋ ਪੰਚਾਇਤ ਦਾ ਸ਼ਡਿਊਲ ਕਿਹੜਾ ਜੀ? 11th ਸ਼ਡਿਊਲ ਹੈ ਜੋ ਰਿਲੇਟ ਕਰਦਾ ਪੰਚਾਇਤ ਨੂੰ। ਨੈਕਸਟ ਮਿਊਨਿਸਪੈਲਿਟੀਜ਼ ਨੂੰ ਕਨਸਟੀਟਿਊਸ਼ਨਲ ਸਟੇਟਸ ਕਦੋਂ ਮਿਲਿਆ? ਵਿਦ 74th ਅਮੈਂਡਮੈਂਟ ਜੋ ਹੋਈ 1992 ਦੇ ਵਿੱਚ, ਠੀਕ ਹੈ ਜੀ। ਸੋ ਪਹਿਲੀ ਪੰਚਾਇਤ ਕਦੋਂ ਬਣੀ ਸੀ? ਇਹ ਬਣੀ ਸੀ ਜੀ ਸਾਡੀ 1959 ਦੇ ਵਿੱਚ। ਕਿੱਥੇ ਬਣੀ ਸੀ? ਰਾਜਸਥਾਨ ਦੇ ਵਿੱਚ, ਠੀਕ ਹੈ। ਕਿੱਥੇ ਬਣੀ ਸੀ ਸਭ ਤੋਂ ਪਹਿਲੀ ਪੰਚਾਇਤ? ਰਾਜਸਥਾਨ ਦੇ ਵਿੱਚ 2 ਅਕਤੂਬਰ, ਮਹਾਤਮਾ ਗਾਂਧੀ ਦੇ ਬਰਥਡੇ ਵਾਲੇ ਦਿਨ। ਸੋ ਨੈਕਸਟ ਕੁਐਸਚਨ ਦੇ ਮੂਵ ਕਰਦੇ ਹਾਂ। ਇਹ ਐਡੀਸ਼ਨਲ ਫੈਕਟਸ ਨੇ ਜੋ ਐਗਜ਼ਾਮ ਪੁਆਇੰਟ ਆਫ ਵਿਊ ਨਾਲ ਇੰਪੋਰਟੈਂਟ ਨੇ। ਸੋ ਇਹਨਾਂ ਨੂੰ ਆਪਣੀ ਕਾਪੀ ਪੈਨ ਲੈ ਕੇ ਕੀ ਕਰਦੇ ਜਾਣਾ? ਨੋਟ ਡਾਊਨ ਕਰਦੇ ਜਾਣਾ। ਸੋ ਆਪਣੇ ਅੱਜ ਦੀ ਸੀਰੀਜ਼ ਦਾ 3rd ਕੁਐਸਚਨ ਹੈ ਜੀ। ਕੁਐਸਚਨ ਕੀ ਹੈ? In which year was the first proclamation of national emergency issued because of Chinese aggression in the north-east west frontier? ਸੋ ਪੁੱਛਿਆ ਗਿਆ ਹੈ ਕਿ ਸਾਡੀ ਕੰਟਰੀ ਦੇ ਵਿੱਚ ਪਹਿਲੀ ਵਾਰ ਨੈਸ਼ਨਲ ਐਮਰਜੈਂਸੀ ਕਦੋਂ ਲੱਗੀ ਸੀ? ਸੋ ਐਮਰਜੈਂਸੀਜ਼ ਦੇ ਰਿਗਾਰਡਿੰਗ ਐਗਜ਼ਾਮ ਪੁਆਇੰਟ ਆਫ ਵਿਊ ਨਾਲ ਬਹੁਤ ਇੰਪੋਰਟੈਂਟ ਕੁਐਸਚਨਸ ਬਣਦੇ ਨੇ। ਸੋ ਪਹਿਲਾਂ ਆਪਾਂ ਇਹੀ ਕੁਐਸਚਨ ਦਾ ਆਨਸਰ ਕਰਨ ਦੀ ਕੋਸ਼ਿਸ਼ ਕਰਾਂਗੇ। ਆਫਟਰ ਦੈਟ ਦੇਖਾਂਗੇ ਕਿ ਨੈਸ਼ਨਲ ਐਮਰਜੈਂਸੀ ਕਿਸ ਆਰਟੀਕਲ ਦੇ ਅੰਡਰ ਹੁੰਦੀ ਹੈ ਜਾਂ ਫਿਰ ਕਿਹੜੇ-ਕਿਹੜੇ ਕਾਰਨਾਂ ਕਰਕੇ ਨੈਸ਼ਨਲ ਐਮਰਜੈਂਸੀ ਲੱਗਦੀ ਹੈ, ਸਟੇਟ ਐਮਰਜੈਂਸੀ ਕਿਸ ਆਰਟੀਕਲ ਦੇ ਅੰਡਰ ਹੁੰਦੀ ਹੈ ਤੇ ਫਾਈਨੈਂਸ਼ੀਅਲ ਐਮਰਜੈਂਸੀ ਕਿਸ ਆਰਟੀਕਲ ਦੇ ਅੰਡਰ ਲੱਗਦੀ ਹੈ। ਸੋ ਸਭ ਤੋਂ ਪਹਿਲਾਂ ਇਸ ਕੁਐਸਚਨ ਦਾ ਆਨਸਰ ਕਰਾਂਗੇ ਕਿ ਸਾਡੀ ਕੰਟਰੀ ਦੇ ਵਿੱਚ ਪਹਿਲੀ ਵਾਰ ਨੈਸ਼ਨਲ ਐਮਰਜੈਂਸੀ ਕਦੋਂ ਲੱਗੀ ਹੈ? ਜਦੋਂ ਚਾਈਨੀਜ਼ ਨੇ ਐਗਰੈਸ਼ਨ ਕੀਤਾ ਸੀ, ਠੀਕ ਹੈ ਜੀ। ਜਦੋਂ ਕੀ ਕੀਤਾ ਸੀ? ਚਾਈਨਾ ਨੇ ਐਗਰੈਸ਼ਨ ਕੀਤਾ ਸੀ। ਆਪਸ਼ਨ ਸੀ ਇਜ਼ ਅ ਰਾਈਟ ਆਨਸਰ। 1962 ਕਿਸਨੇ ਲਗਾਈ ਸੀ? ਇੰਦਰਾ ਗਾਂਧੀ ਨੇ, ਠੀਕ ਹੈ ਜੀ। ਇੰਦਰਾ ਗਾਂਧੀ ਨੇ ਉਸ ਸਮੇਂ ਸਾਡੇ ਕੀ ਸੀ? ਪ੍ਰਾਈਮ ਮਿਨਿਸਟਰ ਸੀ। ਉਹਨਾਂ ਨੇ ਕਿਹੜੀ ਐਮਰਜੈਂਸੀ ਲਗਾਈ ਸੀ? ਨੈਸ਼ਨਲ ਐਮਰਜੈਂਸੀ, ਜਦੋਂ ਚਾਈਨੀਜ਼ ਨੇ ਇਨਵੇਜ਼ਨ ਕੀਤੀ ਸੀ ਤਾਂ 1992 ਦੇ ਵਿੱਚ। ਅਗਰ ਦੇਖਿਆ ਜਾਵੇ ਕਿ ਨੈਸ਼ਨਲ ਐਮਰਜੈਂਸੀ ਕਿਸ ਆਰਟੀਕਲ ਦੇ ਅੰਡਰ ਲੱਗਦੀ ਹੈ? ਨੈਸ਼ਨਲ ਐਮਰਜੈਂਸੀ ਲੱਗਦੀ ਹੈ ਆਰਟੀਕਲ 352 ਦੇ ਅੰਡਰ, ਠੀਕ ਹੈ ਜੀ। ਤੇ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਇਹ ਨੈਸ਼ਨਲ ਐਮਰਜੈਂਸੀ ਜੋ 1962 ਦੇ ਵਿੱਚ ਲੱਗੀ ਸੀ ਉਹ 1968 ਤੱਕ ਕੰਟੀਨਿਊ ਕੀਤੀ ਗਈ ਸੀ। ਸੋ ਨੈਸ਼ਨਲ ਐਮਰਜੈਂਸੀ ਲੱਗਦੀ ਹੈ ਸਾਡੀ ਆਰਟੀਕਲ 352 ਦੇ ਅੰਡਰ। ਹੁਣ ਤੱਕ 3 ਵਾਰ ਨੈਸ਼ਨਲ ਐਮਰਜੈਂਸੀ ਲੱਗ ਚੁੱਕੀ ਹੈ। ਕਿਹੜੀ-ਕਿਹੜੀ ਵਜ੍ਹਾ ਕਰਕੇ ਨੈਸ਼ਨਲ ਐਮਰਜੈਂਸੀ ਲੱਗਦੀ ਹੈ? ਨੈਸ਼ਨਲ ਐਮਰਜੈਂਸੀ ਲੱਗਣ ਦੇ 3 ਕਾਰਨ ਨੇ। ਇੱਕ ਤਾਂ ਜੀ ਹੈਗਾ ਵਾਰ, ਠੀਕ ਹੈ। ਇੱਕ ਹੋ ਜਾਂਦਾ ਜੀ ਸਾਡਾ ਆਰਮਡ ਰਿਬੇਲੀਅਨ। ਕੀ ਹੋ ਜਾਂਦਾ? ਸੌਰੀ, ਆਰਮਡ ਰਿਬੇਲੀਅਨ। ਜੋ ਆਰਮਡ ਰਿਬੇਲੀਅਨ ਹੈ वर्ड उसनु रिप्लेस किस वर्ड ने की? आर्म्ड रिबेलियन जो है वो किस वर्ड नु रिप्लेस करके आया? ये रिप्लेस करके आया इंटरनल डिस्टर्बेंस, ठीक है जी। पहला हुंदा सी वॉर,
एक्सटर्नल अग्रैशन पहला वर्ड हुंदे सी किहड़े-किहड़े हुंदे सी आर्टिकल 352 ਦੇ ਅੰਡਰ ਕਿਹਨਾਂ ਕਿਹਨਾਂ ਬੇਸਿਸ ਦੇ ਉੱਤੇ ਨੈਸ਼ਨਲ ਐਮਰਜੈਂਸੀ ਲੱਗਦੀ ਸੀ ਵਾਰ ਅਗਰ ਦੋ ਕੰਟਰੀਜ਼ ਦੇ ਵਿੱਚ ਯੁੱਧ ਛਿੜਿਆ ਹੋਵੇ ਜਾਂ ਫਿਰ ਇੰਟਰਨਲ ਡਿਸਟਰਬੈਂਸ ਹੋਵੇ ਸਾਨੂੰ ਲੱਗਦਾ ਹੋਵੇ ਕਿ ਸਾਡੀ ਕੰਟਰੀ ਦੇ ਵਿੱਚ ਕੋਈ ਡਿਸਟਰਬੈਂਸ ਹੋ ਰਹੀ ਹੈ ਜਿਸ ਬੇਸਿਸ ਦੇ ਉੱਤੇ ਇੰਦਰਾ ਗਾਂਧੀ ਨੇ 1975 ਦੇ ਵਿੱਚ ਨੈਸ਼ਨਲ ਐਮਰਜੈਂਸੀ ਲਾਈ ਸੀ ਇੰਟਰਨਲ ਡਿਸਟਰਬੈਂਸ ਕਰਕੇ ਤੇ ਥਰਡ ਸੀ ਐਕਸਟਰਨਲ ਐਗਰੈਸ਼ਨ ਕਿ ਦੂਸਰੀ ਕੰਟਰੀ ਸਾਡੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਬਟ ਇੰਟਰਨਲ ਡਿਸਟਰਬੈਂਸ ਵਰਡ ਨੂੰ ਰਿਪਲੇਸ ਕੀਤਾ ਗਿਆ ਆਰਮਡ ਰਿਬੇਲੀਅਨ ਦੇ ਨਾਲ ਕਿਸ ਅਮੈਂਡਮੈਂਟ ਦੇ ਨਾਲ 44th ਅਮੈਂਡਮੈਂਟ 1978 ਠੀਕ ਹੈ ਜੀ ਇੰਟਰਨਲ ਡਿਸਟਰਬੈਂਸ ਵਰਡ ਨੂੰ ਚੇਂਜ ਕੀਤਾ ਗਿਆ ਆਰਮਡ ਰਿਬੇਲੀਅਨ ਵਰਡ ਦੇ ਨਾਲ ਠੀਕ ਹੈ ਜੀ ਕਿਸ ਅਮੈਂਡਮੈਂਟ ਦੇ ਨਾਲ 44th ਅਮੈਂਡਮੈਂਟ 1978 ਦੇ ਨਾਲ ਠੀਕ ਹੈ ਜੀ ਸੋ ਸਭ ਨੂੰ ਪਤਾ ਹੋਣਾ ਚਾਹੀਦਾ ਨੈਸ਼ਨਲ ਐਮਰਜੈਂਸੀ ਆਰਟੀਕਲ 352 ਦੇ ਅੰਡਰ ਲੱਗਦੀ ਹੈ ਸੋ ਨੈਕਸਟ ਐਮਰਜੈਂਸੀ ਬਾਰੇ ਆਪਾਂ ਨੈਕਸਟ ਕੁਐਸਚਨ ਦੇ ਵਿੱਚ ਡਿਸਕਸ ਕਰਾਂਗੇ ਨੈਕਸਟ ਕੁਐਸਚਨ ਹੈ ਕਹਿੰਦੇ ਹੂ ਇਜ਼ ਇੰਪਾਵਰਡ ਟੂ ਰਿਵੋਕ ਪ੍ਰੈਜ਼ੀਡੈਂਟ ਰੂਲ ਹੁਣ ਮੈਂ ਪਹਿਲਾਂ ਗੱਲ ਕੀਤੀ ਪਹਿਲੇ ਕੁਐਸਚਨ ਦੇ ਵਿੱਚ ਗੱਲ ਕੀਤੀ ਆਪਾਂ ਨੈਸ਼ਨਲ ਐਮਰਜੈਂਸੀ ਦੀ ਸੈਕੰਡ ਕੁਐਸਚਨ ਆਂਦਾ ਹੈ ਜੀ ਸਾਡਾ ਸਟੇਟ ਐਮਰਜੈਂਸੀ ਨੂੰ ਕੀ ਕਿਹਾ ਜਾ ਸਕਦਾ ਹੈ ਪ੍ਰੈਜ਼ੀਡੈਂਟ ਰੂਲ ਵੀ ਕਿਹਾ ਜਾ ਸਕਦਾ ਹੈ ਸੋ ਜੋ ਸਾਡੀ ਹੁਣ ਪੁੱਛਿਆ ਜਾ ਸਕਦਾ ਹੈ ਕਿ ਜੋ ਪ੍ਰੈਜ਼ੀਡੈਂਟ ਰੂਲ ਹੈ ਉਹ ਕਿਸ ਆਰਟੀਕਲ ਦੇ ਅੰਡਰ ਲੱਗਦਾ ਹੈ ਜਾਂ ਤਾਂ ਤੁਹਾਨੂੰ ਪੁੱਛਿਆ ਜਾ ਸਕਦਾ ਹੈ ਪ੍ਰੈਜ਼ੀਡੈਂਟ ਰੂਲ ਜਾਂ ਫਿਰ ਪੁੱਛਿਆ ਜਾ ਸਕਦਾ ਹੈ ਸਟੇਟ ਐਮਰਜੈਂਸੀ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਅੰਡਰ ਵਿਚ ਆਰਟੀਕਲ ਪ੍ਰੈਜ਼ੀਡੈਂਟ ਰੂਲ ਲੱਗਦਾ ਹੈ ਆਰਟੀਕਲ 356 ਦੇ ਅੰਡਰ ਦੋ ਕਾਰਨਾਂ ਕਰਕੇ ਪ੍ਰੈਜ਼ੀਡੈਂਟ ਰੂਲ ਲੱਗ ਸਕਦਾ ਹੈ ਇੱਕ ਤਾਂ ਜੀ ਸਾਡੀ ਅਗਰ ਸਟੇਟ ਕਨਸਟੀਟਿਊਸ਼ਨਲ ਮੈਨਰਸ ਦੇ ਅਕੋਰਡਿੰਗ ਨਾ ਚੱਲ ਰਹੀ ਹੋਵੇ ਜਾਂ ਫਿਰ ਸਾਡੀ ਸਟੇਟ ਦੇ ਵਿੱਚ ਜਿਹੜੀ ਸਰਕਾਰ ਹੈ ਉਹ ਕੀ ਚੁੱਕੀ ਹੋਵੇ ਗਿਰ ਚੁੱਕੀ ਹੋਵੇ ਠੀਕ ਹੈ ਜੀ ਦੋ ਕੇਸਿਸ ਦੇ ਵਿੱਚ ਪ੍ਰੈਜ਼ੀਡੈਂਟ ਰੂਲ ਲੱਗਦਾ ਤੇ ਪ੍ਰੈਜ਼ੀਡੈਂਟ ਰੂਲ ਗਵਰਨਰ ਦੇ ਕਹਿਣ ਦੇ ਉੱਤੇ ਵੀ ਲੱਗ ਸਕਦਾ ਹੈ ਗਵਰਨਰ ਪ੍ਰੈਜ਼ੀਡੈਂਟ ਨੂੰ ਕੀ ਕਰਵਾਉਂਦਾ ਹੈ ਰਿਪੋਰਟ ਸਬਮਿਟ ਕਰਵਾਉਂਦਾ ਅੰਡਰ ਆਰਟੀਕਲ 356 ਸੋ ਤੁਹਾਨੂੰ ਇਹ ਪਤਾ ਕੁਐਸਚਨ ਕੀ ਪੁੱਛਿਆ ਗਿਆ ਹੈ ਕਿ ਕਿਸ ਬੰਦੇ ਕੋਲ ਪਾਵਰ ਹੈ ਇਸ ਐਮਰਜੈਂਸੀ ਨੂੰ ਵਾਪਿਸ ਲੈਣ ਦੀ ਜਾਂ ਇਸ ਐਮਰਜੈਂਸੀ ਨੂੰ ਖਤਮ ਕਰਨ ਦੀ ਤਾਂ ਇਸ ਕੁਐਸਚਨ ਦਾ ਆਨਸਰ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਪਾਵਰ ਹੈ ਆਪਸ਼ਨ ਪ੍ਰੈਜ਼ੀਡੈਂਟ ਠੀਕ ਹੈ ਜੀ ਪ੍ਰੈਜ਼ੀਡੈਂਟ ਕੀ ਕਰ ਸਕਦਾ ਹੈ ਪ੍ਰੈਜ਼ੀਡੈਂਟ ਰੂਲ ਨੂੰ ਜਾਂ ਸਟੇਟ ਐਮਰਜੈਂਸੀ ਨੂੰ ਖਤਮ ਕਰ ਸਕਦਾ ਹੈ ਇਹਦੇ ਲਈ ਉਹਨੂੰ ਜ਼ਿਆਦਾ ਪੁੱਛਣ ਦੀ ਲੋੜ ਨਹੀਂ ਹੈ ਪਾਰਲੀਮੈਂਟ ਨੂੰ ਤੇ ਗਵਰਨਰ ਦੀ ਤਾਂ ਇਹਦੇ ਵਿੱਚ ਲੋੜ ਹੁੰਦੀ ਹੀ ਨਹੀਂ ਹੈ ਸੋ ਆਪਸ਼ਨ A is a right answer ਅਗਰ ਪੁੱਛਿਆ ਲਿਆ ਜਾਵੇ ਕਿ ਫਾਈਨੈਂਸ਼ੀਅਲ ਐਮਰਜੈਂਸੀ ਸੋ ਸਭ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਡੀ ਸਟੇਟ ਦੇ ਵਿੱਚ ਪੰਜਾਬ ਦੇ ਵਿੱਚ ਹੁਣ ਤੱਕ ਕਿੰਨੀ ਵਾਰ ਪ੍ਰੈਜ਼ੀਡੈਂਟ ਰੂਲ ਲੱਗ ਚੁੱਕਿਆ ਹੈ ਪੰਜਾਬ ਦੇ ਵਿੱਚ ਟੋਟਲ 8 ਵਾਰ ਪ੍ਰੈਜ਼ੀਡੈਂਟ ਰੂਲ ਲੱਗ ਚੁੱਕਿਆ ਉਹ ਕਿਹੜੀ ਸਟੇਟ ਹੈ ਜਿਸ ਦੇ ਵਿੱਚ ਸਭ ਤੋਂ ਜ਼ਿਆਦਾ ਪ੍ਰੈਜ਼ੀਡੈਂਟ ਰੂਲ ਲੱਗਿਆ ਹੈ यूपी ਦੇ ਵਿੱਚ ਹਾਊ ਮੈਨੀ ਟਾਈਮਸ 10 ਟਾਈਮਸ यूपी ਦੇ ਵਿੱਚ 10 ਵਾਰ ਪ੍ਰੈਜ਼ੀਡੈਂਟ ਰੂਲ ਲੱਗ ਚੁੱਕਿਆ ਹੈ ਅਗਰ ਗੱਲ ਕੀਤੀ ਜਾਵੇ ਫਾਈਨੈਂਸ਼ੀਅਲ ਐਮਰਜੈਂਸੀ ਦੀ ਤਾਂ ਫਾਈਨੈਂਸ਼ੀਅਲ ਐਮਰਜੈਂਸੀ ਅੰਡਰ ਆਰਟੀਕਲ 360 ਦੇ ਅੰਡਰ ਲੱਗਦੀ ਹੈ ਸਾਡੀ ਫਾਈਨੈਂਸ਼ੀਅਲ ਐਮਰਜੈਂਸੀ ਬਟ ਬਾਈ ਲੱਕ ਸਾਡੀ ਕੰਟਰੀ ਦੇ ਵਿੱਚ ਅੱਜ ਤੱਕ ਕਦੇ ਵੀ ਫਾਈਨੈਂਸ਼ੀਅਲ ਐਮਰਜੈਂਸੀ ਨਹੀਂ ਲੱਗੀ ਪੰਜਾਬ ਦੇ ਵਿੱਚ 8 ਵਾਰ ਪ੍ਰੈਜ਼ੀਡੈਂਟ ਰੂਲ ਲੱਗ ਚੁੱਕਿਆ ਲਾਸਟ ਟਾਈਮ ਕਦੋਂ ਲੱਗਿਆ ਸੀ 1987 ਤੋਂ 1992 ਦੇ ਵਿੱਚ ਸੋ ਨੈਕਸਟ ਕੁਐਸਚਨ ਤੇ ਮੂਵ ਕਰਦੇ ਹਾਂ ਨੈਕਸਟ ਕੁਐਸਚਨ ਹੈ ਜੀ ਸਾਡਾ ਕੁਐਸਚਨ ਕੀ ਹੈ ਜੀ 6th ਕੁਐਸਚਨ ਅੱਜ ਦੀ ਸੀਰੀਜ਼ ਦਾ which of the following come both in the jurisdiction of supreme court and high court ਕਹਿੰਦੇ ਨੀਚੇ ਦਿੱਤਿਆਂ ਦੇ ਵਿੱਚੋਂ ਕਿਹੜੀ ਚੀਜ਼ ਹੈ ਕਿਹੜੀ ਜੁਰਿਸਡਿਕਸ਼ਨ ਹੈ ਜਿਹੜੀ ਸੁਪਰੀਮ ਕੋਰਟ ਤੇ ਹਾਈ ਕੋਰਟ ਦੋਨਾਂ ਦੀ ਜੁਰਿਸਡਿਕਸ਼ਨ ਦੇ ਅੰਡਰ ਆਉਂਦੀ ਹੈ ਸੋ ਦੇਖਣ ਦੀ ਕੋਸ਼ਿਸ਼ ਕਰਨੀ ਹੈ ਲਾਸਟ ਤੋਂ ਦੇਖੋ ਪਹਿਲਾਂ ਦੇਖੋ ਫਸਟ ਵਾਲਾ ਫਸਟ ਆਪਸ਼ਨ ਕੀ ਹੈ ਕਹਿੰਦੇ ਪ੍ਰੋਟੈਕਸ਼ਨ ਫਰਮ ਵਾਇਲੇਸ਼ਨ ਆਫ ਕਨਸਟੀਟਿਊਸ਼ਨ ਸਭ ਨੂੰ ਪਤਾ ਹੈ ਕਿ ਕਨਸਟੀਟਿਊਸ਼ਨ ਦੀ ਵਾਇਲੇਸ਼ਨ ਜਾਂ ਕਨਸਟੀਟਿਊਸ਼ਨ ਦਾ ਸੰਵਿਧਾਨ ਦਾ ਗਾਰਡੀਅਨ ਕੌਣ ਹੈ ਤਾਂ ਸਿਰਫ ਸੁਪਰੀਮ ਕੋਰਟ ਹੈ ਠੀਕ ਹੈ ਇੱਥੇ ਹਾਈ ਕੋਰਟ ਦਾ ਕੋਈ ਲੈਣਾ ਦੇਣਾ ਨਹੀਂ ਇੱਥੇ ਸਿਰਫ ਸੁਪਰੀਮ ਕੋਰਟ ਦੀ ਅੰਡਰ ਜੁਰਿਸਡਿਕਸ਼ਨ ਹੈ ਅਗਰ ਕਨਸਟੀਟਿਊਸ਼ਨ ਮਤਲਬ ਕਨਸਟੀਟਿਊਸ਼ਨ ਦੇ ਅੰਡਰ ਕੋਈ ਵਾਇਲੇਸ਼ਨ ਹੋ ਰਹੀ ਹੈ ਜਾਂ ਤੁਸੀਂ ਕਹਿ ਦੋ ਹੂ ਇਜ਼ ਅ ਗਾਰਡੀਅਨ ਆਫ ਕਨਸਟੀਟਿਊਸ਼ਨ ਸਾਡੇ ਸੰਵਿਧਾਨ ਦਾ ਗਾਰਡੀਅਨ ਕੌਣ ਹੈ ਤਾਂ ਕੱਲਾ ਸੁਪਰੀਮ ਕੋਰਟ ਹੈ
हाई कोर्ट नहीं है। नैक्सट है कहते डिस्प्यूट बिटवीन सेंटर एंड स्टेट, नो जी, जेकर सेंटर ते स्टेट दे अंडर कोई डिस्प्यूट हो जाए, आपस दे विच कोई गड़बड़ हो जाए सेंटर ते स्टेट दी, ਤਾਂ ਇਹਦੇ ਲਈ ਸਿਰਫ ਸੁਪਰੀਮ ਕੋਰਟ ਕੋਲ ਕੀ ਹੈ, ओरिजिनल यूरिस्डिगेशन है। अगर किसी पंजाब का ਜਾਂ सेंटर का कोई मतभेद हो जाए तो वह केस सिर्फ कित्थे जा सकता है, सुप्रीम कोर्ट दे विच जा सकता है। नैक्सट ऑप्शन है कहते प्रोटैक्शन ऑफ फंडामेंटल राइट्स, यस ऑप्शन सी इज अ राइट आंसर। फंडामेंटल राइट्स नू प्रोटैक्ट करन दे लई सुप्रीम कोर्ट ते हाई कोर्ट दोनों को यूरिस्डिकेशन है। ऑप्शन सी इज अ राइट आंसर। अगर फंडामेंटल राइट्स की गल की जाए तो सबनों पता है कि आर्टिकल 12 तो लैके 35 तक की ने साडे फंडामेंटल राइट्स, जिहदे विच तुसीं एक आर्टिकल बारे पढ़ोगे, आर्टिकल 32। आर्टिकल 32 इज वैरी इंपॉर्टेंट आर्टिकल, जिसनों की कहा जाता है हार्ट एंड सोल ऑफ कॉन्स्टिट्यूशन। ठीक है जी, कॉन्स्टिट्यूशन का हार्ट ते सोल है आर्टिकल 32, जिसनों डॉक्टर बी आर अंबेडकर ने की कहा सी हार्ट एंड सोल ऑफ साडा फंडामेंटल राइट्स या कॉन्स्टिट्यूशन। इस तो इलावा इसनों कॉन्स्टिट्यूशनल रेमेडीज भी कहा जाता है। वाई? बिकॉज आर्टिकल 32 दे अंडर जो साडी सुप्रीम कोर्ट है, अगर साडा कोई फंडामेंटल राइट वायलेट हुंदा है तो सुप्रीम कोर्ट आर्टिकल 32 दे अंडर कौन सुप्रीम कोर्ट 5 टाइप्स ऑफ रिट जारी कर सकती है। केड़ियां केड़ियां रिट्स? 5 तरीके दी रिट्स। केड़ियां केड़ियां? हैबिस कॉर्पस, मैंडेमस, सर्शरी, प्रोहिबिशन ते क्यू वारंटो। अगर तुसी इन्हां नूं डिटेल दे विच पढ़ना चाहुंदे हो तां तुसी थ्योरी दे लैक्चर देख सकते हो। सो ये 5 तरीके दियां रिट्स जारी करती है सुप्रीम कोर्ट, बट आपां कहा है कि ये फंडामेंटल राइट्स दे रिगार्डिंग हाई कोर्ट ते सुप्रीम कोर्ट दोनों दे कोल यूरिस्डिकेशन हुंदी है। तो यूरिस्डिकेशन आपां सुप्रीम कोर्ट कोल तां देख ली कि 32 दे अंडर हुंदी है। अगर गल की जाए हाई कोर्ट दी तो हाई कोर्ट दे कोल आर्टिकल 226 दे अंडर की हुंदी है फंडामेंटल राइट। अगर साडा कोई वायलेट हो रहा है तो फंडामेंटल राइट अगर साडा कोई वायलेट हो रहा है तो साडी हाई कोर्ट अंडर आर्टिकल 226 की कर सकती है, 5 टाइप्स ऑफ रिट जारी कर सकती है। सुप्रीम कोर्ट सिर्फ फंडामेंटल राइट वायलेट होने ते ही रिट्स जारी करेगी। ऑन द अदर हैंड जो साडी हाई कोर्ट है ਉਹਦੇ ਕੋਲ वाइड एरिया है रिट्स जारी करन दा। इन केस ऑफ फंडामेंटल राइट दी वायलेशन ते अदर केसेस दे विच अगर पूछा जाए रिट्स कौन जारी कर सकता है तो वो है जी साडी सिर्फ हाई कोर्ट। नैक्सट क्वेश्चन है जी साडा 7th क्वेश्चन अज दी सीरीज का, कहते इन विच ऑफ द फॉलोइंग केसेस द कैग कैन नॉट कॉल for particulars for expenditure incurred by executive agencies। सब तो पहला पता होना चाहिए कैग की हुंदा है। सबनों पता होना चाहिए कि कैग साडा कंट्रोलर ऑडिटर जनरल हुंदा है। कौन हुंदा है? कंट्रोलर ऑडिटर जनरल। ऑडिटर वर्ड ही जदों आ गया, ऑडिटर का मतलब की हुंदा है ऑडिट करना। जो साडे स्टेट ध्यान नाल सुनना है, कंट्रोलर ऑडिटर जो साडी स्टेट ते सेंटर दोनों दी रिपोर्ट्स नू ऑडिट करे, वो कौन हुंदा है? फाइनैंशियल रिपोर्ट्स नू। ठीक है जी, क्या की करता है? फाइनैंशियल रिपोर्ट्स ऑफ स्टेट एंड विल एज सेंटर। पूछ लिया जाता है कि कंट्रोलर ऑडिटर का काम की है। कंट्रोलर ऑडिटर पहला आर्टिकल पूछा जाएगा, कंट्रोलर ऑडिटर है जी आर्टिकल 148। ते कंट्रोलर ऑडिटर काम की करता है? यह फाइनैंशियल रिपोर्ट्स नू ऑडिट करता है सेंटर दियां ते नाल दी नाल स्टेट दियां भी। ठीक है जी, सो पूछा गया कि किहड़े काम दे उत्ते क्वेश्चन नहीं कर सकता कैग। देखो जे तां देखो हर एक मंत्री सोच समझ के पैसा खर्च करता है तां जो किते जदों कंट्रोलर ऑडिटर साडियां रिपोर्ट्स नू ऑडिट करे किते मैनूं फसा ना देवे। सो डिफेंस मिनिस्टर भी सोच के ही करेगा। एक्सपेंडिचर जी सोशल रिफॉर्म्स के उत्ते पैसा खर्च हो रहा है तां भी कंट्रोलर ऑडिटर जनरल ऑडिट कर सकता है। एटॉमिक एनर्जी के उत्ते जो पैसा खर्च हो रहा उसनूं भी ऑडिट कर सकता है।
ਬਟ ਸੀਕ੍ਰੇਟ ਸਰਵਿਸ ਐਕਸਪੈਂਡੀਚਰ ਨੂੰ ਸਾਡਾ ਕੈਗ ਆਡਿਟ ਨਹੀਂ ਕਰ ਸਕਦਾ। ਆਪਸ਼ਨ ਬੀ ਇਜ਼ ਅ ਰਾਈਟ ਆਨਸਰ। ਪੁੱਛਿਆ ਗਿਆ ਕਿ ਕੈਗ ਦੇ ਅੰਡਰ ਕਿਹੜੀ ਰਿਪੋਰਟ ਨਹੀਂ ਆਉਂਦੀ, ਤਾਂ ਸੀਕ੍ਰੇਟ ਸਰਵਿਸ ਐਕਸਪੈਂਡੀਚਰ ਨਹੀਂ ਆਉਂਦਾ। ਨੈਕਸਟ ਕੁਐਸਚਨ ਹੈ ਜੀ ਅੱਜ ਦੀ ਸੀਰੀਜ਼ ਦਾ। ਇਹ ਕੁਐਸਚਨ ਬੜੇ ਯੂਨੀਕ ਤੁਹਾਨੂੰ ਦੇਖਣ ਨੂੰ ਮਿਲਣਗੇ। ਸਭ ਨੂੰ ਪਤਾ ਹੈ ਕਿ 50 ਮਾਰਕਸ ਦੀ ਜੀਕੇ ਹੋ ਚੁੱਕੀ ਹੈ ਤੁਹਾਡੇ ਪੇਪਰਾਂ ਪੰਜਾਬ ਦੇ ਐਗਜ਼ਾਮਸ ਦੇ ਵਿੱਚ, ਜਿਹਦੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿ ਤੁਸੀਂ ਹਰ ਤਰੀਕੇ ਦੀ ਜੀਕੇ ਪੜ੍ਹੋ। ਪੋਲਿਟੀ ਦੇ ਵਿੱਚੋਂ ਬਹੁਤ ਕੁਐਸਚਨ ਆਉਣਗੇ, ਹਿਸਟਰੀ ਦੇ ਵਿੱਚੋਂ ਬਹੁਤ ਕੁਐਸਚਨ ਆਉਣਗੇ, ਪੰਜਾਬ ਹਿਸਟਰੀ ਐਂਡ ਕਲਚਰ ਬਹੁਤ ਇੰਪੋਰਟੈਂਟ ਹੈ 20 ਮਾਰਕਸ। ਸੋ 8th ਕੁਐਸਚਨ ਅੱਜ ਦੀ ਕਲਾਸ ਦਾ, ਕਹਿੰਦੇ ਵਿਚ ਆਫ ਦਾ ਫੋਲੋਇੰਗ ਅਸਿਸਟ the attorney general in the fulfillment of his official responsibility। देखो क्वेश्चन की पूछा गया कि अटॉर्नी जनरल ਦੇ ਕੰਮ ਨੂੰ ਪੂਰਾ ਕਰਨ ਦੇ ਲਈ ਉਸ ਨੂੰ ਕੌਣ-ਕੌਣ ਹੈਲਪ ਕਰਦਾ ਹੈ ਜਾਂ ਕੌਣ-ਕੌਣ ਅਸਿਸਟ ਕਰਦਾ ਹੈ। ਬਈ ਅਟਾਰਨੀ ਜਨਰਲ ਕੀ ਚੀਜ਼ ਹੈ? ਅਟਾਰਨੀ ਜਨਰਲ ਦੀ ਗੱਲ ਕੀਤੀ ਜਾਂਦੀ ਹੈ ਆਰਟੀਕਲ 76 ਦੇ ਅੰਡਰ। ਅਟਾਰਨੀ ਜਨਰਲ ਹੁੰਦਾ ਕੀ ਹੈ? ਅਟਾਰਨੀ ਜਨਰਲ ਉਹ ਬੰਦਾ ਹੈ ਜੀ ਜੋ ਕੀ ਹੈ ਫਸਟ ਲॉ ਆਫੀਸਰ ਆਫ ਇੰਡੀਆ। ਕੌਣ ਹੈ ਜੀ? ਫਸਟ ਲॉ ਆਫੀਸਰ ਆਫ ਇੰਡੀਆ। ਤੇ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਅਟਾਰਨੀ ਜਨਰਲ ਉਹ ਬੰਦਾ ਹੈ ਜੋ ਪਾਰਲੀਮੈਂਟ ਦਾ ਮੈਂਬਰ ਨਾ ਹੁੰਦੇ ਹੋਏ ਵੀ ਪਾਰਲੀਮੈਂਟ ਦੀਆਂ ਪ੍ਰਿਵਿਲੇजेस ਨੂੰ ਕੀ ਕਰਦਾ ਹੈ? ਇੰਜੋਏ ਕਰਦਾ ਹੈ। ਇਹ ਪਾਰਲੀਮੈਂਟ ਦੇ ਹਰ ਇੱਕ ਹਾਊਸ ਦੇ ਵਿੱਚ, ਲੋਕ ਸਭਾ ਚਾਹੇ ਰਾਜ ਸਭਾ ਦੀ, ਕਿਸੇ ਵੀ ਪ੍ਰੋਸੀਡਿੰਗ ਦੇ ਵਿੱਚ ਪਾਰਟਿਸਿਪੇਟ ਕਰ ਸਕਦਾ ਹੈ, ਡਿਸਕਸ ਕਰ ਸਕਦਾ ਹੈ, ਡਿਬੇਟ ਕਰ ਸਕਦਾ ਹੈ, ਬਟ ਉੱਥੇ ਕਦੇ ਵੀ ਕੀ ਨਹੀਂ ਕਰ ਸਕਦਾ? ਵੋਟ ਨਹੀਂ ਕਰ ਸਕਦਾ। ਇਹ ਪਾਰਲੀਮੈਂਟ ਨਾ ਤਾਂ ਇਹ ਗਵਰਨਮੈਂਟ ਸਰਵੈਂਟ ਹੈ ਤੇ ਨਾ ਹੀ ਇਹ ਪਾਰਲੀਮੈਂਟ ਦਾ ਬੰਦਾ ਹੈ, ਬਟ ਫਿਰ ਵੀ ਪਾਰਲੀਮੈਂਟ ਦੀ ਪ੍ਰਿਵਿਲੇजेस ਨੂੰ ਕੀ ਕਰਦਾ ਹੈ? ਇੰਜੋਏ ਕਰਦਾ ਹੈ। ਤੇ ਪੁੱਛਿਆ ਗਿਆ ਕਿ ਅਟਾਰਨੀ ਜਨਰਲ ਦੇ ਕੰਮ ਨੂੰ ਪੂਰਾ ਕਰਨ ਦੇ ਲਈ ਉਹਨਾਂ ਨੂੰ ਕੌਣ-ਕੌਣ ਅਸਿਸਟ ਕਰਦਾ? ਤਾਂ ਅਸੀਂ ਕਿਹਾ ਕਿ ਜੋ ਅਟਾਰਨੀ ਜਨਰਲ ਹੈ ਫਸਟ ਲॉ ਆਫੀਸਰ ਹੈ ਇੰਡੀਆ ਦਾ। ਸਭ ਤੋਂ ਪਹਿਲਾਂ ਪੁੱਛਿਆ ਗਿਆ ਸੋਲਿਸਿਟਰ ਜਨਰਲ ਆਫ ਇੰਡੀਆ। ਦੇਖੋ ਸੋਲਿਸਿਟਰ ਕੌਣ ਹੈ? ਜੋ ਸੈਕੰਡ ਲॉ ਆਫੀਸਰ ਆਫ ਇੰਡੀਆ। ਸੋ ਸੋਲਿਸਿਟਰ ਅਸਿਸਟ ਕਰਦਾ ਹੈ ਕਿਸ ਨੂੰ? ਅਟਾਰਨੀ ਜਨਰਲ ਨੂੰ। ਨੈਕਸਟ ਹੈ ਜੀ ਐਡੀਸ਼ਨਲ ਸੋਲਿਸਿਟਰ ਜਨਰਲ ਆਫ ਇੰਡੀਆ। ਬਿਲਕੁਲ ਸਹੀ ਜੀ। ਸੋਲਿਸਿਟਰ ਤੇ ਐਡੀਸ਼ਨਲ ਸੋਲਿਸਿਟਰ ਲॉ ਆਫ ਇੰਡੀਆ ਦੋਨੋਂ ਦੇ ਦੋਨੋਂ ਅਟਾਰਨੀ ਜਨਰਲ ਦੇ ਕੰਮ ਨੂੰ ਫੁੱਲਫਿਲ ਕਰਨ ਦੇ ਲਈ ਉਸ ਨੂੰ ਕੀ ਕਰਦੇ ਨੇ? ਅਸਿਸਟ ਕਰਦੇ ਨੇ। ਬਟ ਚੀਫ ਜਸਟਿਸ ਆਫ ਇੰਡੀਆ ਨਹੀਂ ਅਸਿਸਟ ਕਰਦਾ। ਤਾਂ ਆਪਸ਼ਨ ਬੀ ਇਜ਼ ਅ ਰਾਈਟ ਆਨਸਰ। 1 and 2nd option are the right option for the attorney general। ਸੋ ਚੀਫ ਜਸਟਿਸ ਆਫ ਇੰਡੀਆ ਅਗਰ ਪੁੱਛਿਆ ਜਾਵੇ ਕਿ ਜਦੋਂ ਸਾਡੀ ਸੁਪਰੀਮ ਕੋਰਟ ਬਣੀ ਸੀ ਤਾਂ ਉਸ ਸਮੇਂ ਕਿੰਨੇ ਜੱਜਿਸ ਦੀ ਗੱਲ ਕੀਤੀ ਗਈ ਸੀ? ਤਾਂ ਉਸ ਸਮੇਂ ਸਿਰਫ 7 ਜੱਜਿਸ ਪਲੱਸ ਇੱਕ ਤੁਹਾਡਾ ਕੀ ਸੀ? ਚੀਫ ਜਸਟਿਸ ਆਫ ਇੰਡੀਆ। ਪੂਰੇ 8 ਜੱਜਿਸ ਦੀ ਗੱਲ ਕੀਤੀ ਗਈ ਸੀ। ਅੱਜ ਦੀ ਗੱਲ ਕੀਤੀ ਜਾਵੇ ਤਾਂ ਅੱਜ ਸਾਡੇ ਕੋਲ 33 ਜੱਜਿਸ ਨੇ ਸਾਡੇ ਕਿਹਦੇ ਵਿੱਚ? ਸੁਪਰੀਮ ਕੋਰਟ ਦੇ ਵਿੱਚ। ਨੈਕਸਟ ਕੁਐਸਚਨ ਹੈ 9th ਕੁਐਸਚਨ ਹੈ ਜੀ ਸਾਡਾ। ਕੁਐਸਚਨ ਪੁੱਛਿਆ ਗਿਆ ਹੂ ਵਾਸ ਦ ਇੰਟਰਿਮ ਪ੍ਰੈਜ਼ੀਡੈਂਟ ਆਫ ਫਸਟ ਕਨਸਟੀਟਿਊਟ ਅਸੈਂਬਲੀ। ਕਹਿੰਦੇ ਜਿਹੜੀ ਪਹਿਲੀ ਕਨਸਟੀਟਿਊਟ ਅਸੈਂਬਲੀ ਹੋਈ ਸੀ, ਪੁੱਛਿਆ ਕੀ ਗਿਆ? ਕਹਿੰਦੇ ਹੂ ਵਾਸ ਦ ਇੰਟਰਿਮ ਪ੍ਰੈਜ਼ੀਡੈਂਟ ਆਫ ਫਸਟ ਕਨਸਟੀਟਿਊਟ ਅਸੈਂਬਲੀ। ਸਭ ਨੂੰ ਪਤਾ ਹੈ ਕਿ ਕਨਸਟੀਟਿਊਟ ਅਸੈਂਬਲੀ ਬਣਾਈ ਗਈ ਸੀ ਕਾਦੇ ਲਈ? ਕਨਸਟੀਟਿਊਸ਼ਨ ਬਣਾਉਣ ਦੇ ਲਈ। ਕਿਸ ਨੂੰ ਬਣਾਉਣ ਦੇ ਲਈ? ਕਨਸਟੀਟਿਊਸ਼ਨ ਬਣਾਉਣ ਦੇ ਲਈ, ਸੰਵਿਧਾਨ ਬਣਾਉਣ ਦੇ ਲਈ ਇੱਕ ਕਨਸਟੀਟਿਊਟ ਅਸੈਂਬਲੀ ਬਣਾਈ ਗਈ ਸੀ। ਕੁਐਸਚਨ ਕੀ ਪੁੱਛਿਆ ਹੈ ਕਿ ਕਨਸਟੀਟਿਊਟ ਅਸੈਂਬਲੀ ਦੇ ਪਹਿਲੇ ਨੋਮੀਨਲ ਜਾਂ ਫਿਰ ਇੰਟਰਿਮ ਪ੍ਰੈਜ਼ੀਡੈਂਟ ਕੌਣ ਬਣੇ ਸਨ? ਉਹ ਆਨਸਰ ਦੇਣ ਤੋਂ ਪਹਿਲਾਂ ਸਾਨੂੰ ਸਭ ਕੁਝ ਪਤਾ ਹੋਣਾ ਚਾਹੀਦਾ ਕਿ ਕਨਸਟੀਟਿਊਟ ਅਸੈਂਬਲੀ ਬਣਾਈ ਗਈ ਸੀ ਕਨਸਟੀਟਿਊਸ਼ਨ ਸੰਵਿਧਾਨ ਬਣਾਉਣ ਦੇ ਲਈ। ਤੇ ਜੋ ਕਨਸਟੀਟਿਊਟ ਅਸੈਂਬਲੀ ਬਣੀ ਸੀ ਇਹ ਕਿਸ ਦੇ ਅੰਡਰ ਬਣੀ ਸੀ? ਇਹ ਬਣੀ ਸੀ ਜੀ ਸਾਡੇ ਕੈਬਨਿਟ ਮਿਸ਼ਨ ਪਲਾਨ ਦੇ ਅੰਡਰ। ਕਿਸ ਦੇ ਅੰਡਰ? ਕੈਬਨਿਟ ਮਿਸ਼ਨ ਪਲਾਨ ਦੇ ਅੰਡਰ ਬਣੀ ਸੀ ਕਨਸਟੀਟਿਊਟ ਅਸੈਂਬਲੀ। ਕੈਬਨਿਟ ਮਿਸ਼ਨ ਪਲਾਨ ਇੰਡੀਆ ਦੇ ਵਿੱਚ ਕਦੋਂ ਆਇਆ ਸੀ? 1946 ਦੇ ਵਿੱਚ। ਕੈਬਨਿਟ ਮਿਸ਼ਨ ਪਲਾਨ ਦੇ ਵਿੱਚ 3 ਬੰਦੇ ਆਏ ਸੀ। ਕੌਣ-ਕੌਣ? ਪੈਥਿਕ ਲਾਰੈਂਸ। ਕੌਣ ਸੀ? ਪੈਥਿਕ ਲਾਰੈਂਸ, ਅਲੈਗਜ਼ੈਂਡਰ ਤੇ ਤੀਸਰਾ ਸੀ ਸਾਡਾ ਸਟੈਫਰਡ ਕ੍ਰਿਪਸ। 3 ਬੰਦਿਆਂ ਦੀ ਕਮੇਟੀ ਆਈ ਸੀ ਜਿਸ ਨੂੰ ਕਿਹਾ ਜਾਂਦਾ ਸੀ ਕੈਬਨਿਟ ਮਿਸ਼ਨ ਪਲਾਨ। ਕਿਹੜੇ-ਕਿਹੜੇ ਬੰਦੇ ਸੀ? ਪੈਥਿਕ ਲਾਰੈਂਸ, ਅਲੈਗਜ਼ੈਂਡਰ ਤੇ ਕ੍ਰਿਪਸ, ਸਟੈਫਰਡ ਕ੍ਰਿਪਸ। ਤੇ ਇਸ ਦੇ ਅੰਡਰ ਬਣੀ ਸੀ ਸਾਡੀ ਕਨਸਟੀਟਿਊਟ ਅਸੈਂਬਲੀ।
ਤੇ ਕਨਸਟੀਟਿਊਟ ਅਸੈਂਬਲੀ ਦੇ ਜਿਹੜੇ ਮੈਂਬਰ ਸਨ ਉਹ ਕੀ ਸਨ, ਪਾਰਸ਼ਲੀ ਇਲੈਕਟਡ ਪਲੱਸ ਪਾਰਸ਼ਲੀ ਨੋਮੀਨੇਟਡ ਮੈਂਬਰ ਸਨ। ਸੋ ਕਨਸਟੀਟਿਊਟ ਅਸੈਂਬਲੀ ਦੀ ਪਹਿਲੀ ਮੀਟਿੰਗ ਕਦੋਂ ਹੋਈ ਸੀ? ਪਹਿਲੀ ਮੀਟਿੰਗ ਹੋਈ ਸੀ ਜੀ 9 ਦਸੰਬਰ 1946 ਤੇ ਇਸ ਮੀਟਿੰਗ ਦੇ ਵਿੱਚ ਪਹਿਲੇ ਨੋਮੀਨਲ ਪ੍ਰੈਜ਼ੀਡੈਂਟ ਨੂੰ ਚੁਣਿਆ ਗਿਆ ਸੀ ਜਾਂ ਫਿਰ ਇੰਟਰਿਮ ਪ੍ਰੈਜ਼ੀਡੈਂਟ ਨੂੰ। ਉਹ ਕੌਣ ਸਨ? ਉਹ ਸਨ ਸੀਨੀਅਰ ਸਿਟੀਜ਼ਨ ਆਫ ਦੈਟ ਅਸੈਂਬਲੀ। ਤਾਂ ਕੌਣ ਸਨ? ਸਚਿਦਾਨੰਦ ਸਿਨਹਾ ਜੀ। ਆਪਸ਼ਨ ਬੀ ਇਜ਼ ਅ ਰਾਈਟ ਆਂਸਰ। ਕਨਸਟੀਟਿਊਟ ਅਸੈਂਬਲੀ ਦੇ ਪਹਿਲੇ ਇੰਟਰਿਮ ਪ੍ਰੈਜ਼ੀਡੈਂਟ ਕੌਣ ਬਣੇ ਸਨ? ਸਚਿਦਾਨੰਦ ਸਿਨਹਾ ਜੀ। ਸੋ ਸੈਕਿੰਡ ਮੀਟਿੰਗ ਸਾਡੀ ਹੁੰਦੀ ਹੈ ਕਨਸਟੀਟਿਊਟ ਅਸੈਂਬਲੀ ਦੀ 11 ਦਸੰਬਰ 1946 ਦੇ ਵਿੱਚ। ਇਸ ਦੇ ਵਿੱਚ ਨੈਕਸਟ ਇਲੈਕਟਡ ਪ੍ਰੈਜ਼ੀਡੈਂਟ, ਇਹ ਸੀ ਨੋਮੀਨਲ ਜਾਂ ਫਿਰ ਇੰਟਰਿਮ ਪ੍ਰੈਜ਼ੀਡੈਂਟ। ਇਲੈਕਟਡ ਪ੍ਰੈਜ਼ੀਡੈਂਟ ਕਦੋਂ ਚੁਣੇ ਗਏ ਸਨ? 11 ਦਸੰਬਰ 1946 ਨੂੰ। ਤਾਂ ਇਲੈਕਟਡ ਪ੍ਰੈਜ਼ੀਡੈਂਟ ਕੌਣ ਬਣੇ ਸਨ? ਡਾਕਟਰ ਰਜਿੰਦਰ ਪ੍ਰਸਾਦ। ਡਾਕਟਰ ਰਜਿੰਦਰ ਪ੍ਰਸਾਦ ਬਣੇ ਸਨ। ਤੇ ਜੇ ਪੁੱਛਿਆ ਜਾਵੇ ਵਾਈਸ ਪ੍ਰੈਜ਼ੀਡੈਂਟ ਕੌਣ ਬਣੇ ਸਨ? ਤਾਂ ਉਹ ਸਨ ਸਾਡੇ HC ਮੁਖਰਜੀ। ਤੇ ਅਗਰ ਪੁੱਛਿਆ ਜਾਵੇ ਸਾਡੇ ਐਡਵਾਈਜ਼ਰ ਕੌਣ ਬਣੇ ਸਨ? ਤਾਂ BN ਰਾਓ ਬਣੇ ਸਨ। ਸੋ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਤੀਸਰੀ ਮੀਟਿੰਗ ਹੋਈ ਸੀ ਜੀ 13 ਦਸੰਬਰ 1946 ਦੇ ਵਿੱਚ। ਇਸ ਮੀਟਿੰਗ ਦੇ ਵਿੱਚ ਇੰਪੋਰਟੈਂਟ ਕੀ ਹੋਇਆ ਸੀ? ਇਸ ਮੀਟਿੰਗ ਦੇ ਵਿੱਚ ਆਬਜੈਕਟਿਵ ਰੈਜ਼ੋਲੂਸ਼ਨ ਲਿਆ ਗਿਆ ਸੀ। ਕੀ ਲਿਆ ਗਿਆ ਸੀ? ਆਬਜੈਕਟਿਵ ਰੈਜ਼ੋਲੂਸ਼ਨ। ਕਿਸ ਦੇ ਦੁਆਰਾ ਲਿਆ ਗਿਆ ਸੀ? ਜਵਾਹਰ ਲਾਲ ਨਹਿਰੂ ਦੇ ਦੁਆਰਾ। ਆਬਜੈਕਟਿਵ ਰੈਜ਼ੋਲੂਸ਼ਨ ਕੀ ਸੀ? ਆਬਜੈਕਟਿਵ ਰੈਜ਼ੋਲੂਸ਼ਨ ਦੇ ਬੇਸ ਦੇ ਉੱਤੇ ਸਾਡਾ ਪ੍ਰੀਐਮਬਲ ਲਿਖਿਆ ਗਿਆ ਸੀ। ਤੇ ਇਸ ਆਬਜੈਕਟਿਵ ਰੈਜ਼ੋਲੂਸ਼ਨ ਨੂੰ ਪਾਸ ਕਦੋਂ ਕੀਤਾ ਗਿਆ ਸੀ? 22 ਜੈਨ 1947 ਦੇ ਵਿੱਚ ਇਸ ਆਬਜੈਕਟਿਵ ਆਫ ਰੈਜ਼ੋਲੂਸ਼ਨ ਨੂੰ ਪਾਸ ਕੀਤਾ ਗਿਆ ਸੀ। ਸੋ ਇਹ ਤੁਹਾਡੀ ਐਡੀਸ਼ਨਲ ਫੈਕਟਸ ਨੇ ਜੋ ਬਹੁਤ ਇੰਪੋਰਟੈਂਟ ਐਗਜ਼ਾਮ ਪੁਆਇੰਟ ਆਫ ਵਿਊ ਨਾਲ। ਨੈਕਸਟ ਕੁਐਸਚਨ ਹੈ, ਕਹਿੰਦੇ the first session of Constituent Assembly took place on which of the following dates? ਕਹਿੰਦੇ ਕਿਹੜੀਆਂ ਡੇਟਸ ਦੇ ਅੰਡਰ ਸਾਡੀ ਕਨਸਟੀਟਿਊਟ ਅਸੈਂਬਲੀ ਦਾ ਪਹਿਲਾ ਸੈਸ਼ਨ ਹੋਇਆ ਸੀ? ਸਾਨੂੰ ਪਤਾ ਹੈ ਕਿ ਕਨਸਟੀਟਿਊਟ ਅਸੈਂਬਲੀ ਕਦੋਂ ਬਣੀ ਸੀ? 1946 ਦੇ ਵਿੱਚ। ਤਾਂ ਪਹਿਲੇ ਸੈਸ਼ਨ ਉਹਦੇ 1946 ਦੇ ਵਿੱਚ ਹੀ ਹੋਏ ਹੋਣਗੇ। ਕਿਹੜੀ ਡੇਟਸ ਤੋਂ? 9 ਤੋਂ ਲੈ ਕੇ 23 ਦਸੰਬਰ ਤੱਕ 1946 ਦੇ ਵਿੱਚ ਕਨਸਟੀਟਿਊਟ ਅਸੈਂਬਲੀ ਦੇ ਪਹਿਲੇ ਸੈਸ਼ਨ ਹੋਏ ਸਨ। ਲਾਸਟ ਸੈਸ਼ਨ ਕਦੋਂ ਹੋਇਆ ਸੀ? ਲਾਸਟ ਜਿਸ ਸੀ ਜੀ 25 ਜਨਵਰੀ 1950 ਦੇ ਵਿੱਚ। ਸੋ ਕਨਸਟੀਟਿਊਟ ਅਸੈਂਬਲੀ ਨੇ ਕੀ ਕੀਤਾ ਸੀ? ਕਨਸਟੀਟਿਊਟ ਅਸੈਂਬਲੀ ਨੇ ਸਾਡਾ ਸੰਵਿਧਾਨ, ਸਾਡਾ ਕੀ ਲਿਖਿਆ ਸੀ? ਕਨਸਟੀਟਿਊਸ਼ਨ ਲਿਖਿਆ ਸੀ। ਕਿੰਨਾ ਟਾਈਮ ਲਗਾਇਆ ਸੀ? 2 ਸਾਲ 11 ਮਹੀਨੇ ਤੇ 18 ਦਿਨ ਲੱਗ ਗਏ ਸੀ ਸਾਡਾ ਕਨਸਟੀਟਿਊਸ਼ਨ ਲਿਖਣ ਦੇ ਵਿੱਚ। ਕਨਸਟੀਟਿਊਸ਼ਨ ਨੂੰ ਅਡਾਪਟ ਕਦੋਂ ਕੀਤਾ ਗਿਆ ਸੀ? ਜਦੋਂ ਬਣ ਕੇ ਰੈਡੀ ਹੋ ਗਿਆ ਸੀ। ਕਦੋਂ ਅਡਾਪਟ ਕੀਤਾ ਗਿਆ ਸੀ? ਤਾਂ 26 ਨਵੰਬਰ 1949 ਨੂੰ ਸਾਡਾ ਕਨਸਟੀਟਿਊਸ਼ਨ ਅਡਾਪਟ ਕੀਤਾ ਗਿਆ ਸੀ। ਤੇ ਲਾਗੂ ਕਦੋਂ ਕੀਤਾ ਗਿਆ ਸੀ ਸਾਡਾ ਸੰਵਿਧਾਨ? 26 ਜਨਵਰੀ 1950 ਨੂੰ। ਠੀਕ ਹੈ। ਕਿਉਂ 1950 ਨੂੰ ਹੀ ਕਿਉਂ ਲਾਗੂ ਕੀਤਾ ਗਿਆ? 26 ਜਨਵਰੀ ਨੂੰ ਹੀ ਕਿਉਂ ਲਾਗੂ ਕੀਤਾ ਗਿਆ? ਇਸ ਦਾ ਰੀਜ਼ਨ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਹੋ ਤੇ ਪੁੱਛ ਸਕਦੇ ਹੋ। ਨੈਕਸਟ ਵੀਡੀਓ ਦੇ ਵਿੱਚ ਫਿਰ ਤੁਹਾਨੂੰ ਐਕਸਪਲੇਨ ਕਰ ਦਿੱਤਾ ਜਾਏਗਾ। ਸੋ ਥੈਂਕ ਯੂ ਸੋ ਮਚ। ਮਿਲਦੇ ਆ ਨੈਕਸਟ ਲੈਕਚਰ ਦੇ ਵਿੱਚ।